परम सत्कारयोग साध संगत जी सारे ही अपनी रचना पवित्र कर लईए ते आखिए धन श्री सतगुरु प्रताप सिंह जी, धन श्री सतगुरु जगजीत सिंह जी, धन श्री सतगुरु उदय सिंह जी। साध संगत जी अज दी साखी हरीश चंद्र अरोड़ा जी अपने बारे दस रहे हैं। ਉਹ ਦੱਸ ਰਹੇ ਹਨ ਕਿ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਨਾਲ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਬਾਰੇ ਸਾਖੀਆਂ ਇਕੱਠੀਆਂ ਕਰਨ ਲਈ 1991 ਵਿੱਚ ਮੈਂ ਆਪਣੀ ਧਰਮ ਪਤਨੀ ਨਾਲ ਬੈਂਕਾਕ ਗਿਆ। ਮੇਰਾ ਮਨ ਕਹੇ ਕਿ ਨਾਮਧਾਰੀ ਸੰਤ ਸੱਚ ਕਹਿ ਰਹੇ ਹਨ, ਪਰ ਮੇਰੀ ਧਰਮ ਪਤਨੀ ਨੂੰ ਯਕੀਨ ਹੀ ਨਾ ਆਵੇ, ਕਿਉਂਕਿ ਨਾ ਤਾਂ ਇਹ ਸਤਜੁਗ ਸੀ ਤੇ ਨਾ ਦੁਆਪਰ ਤੇ ਨਾ ਤ੍ਰੇਤਾ। ਅਸੀਂ ਦੋਹਾਂ ਨੇ ਫੈਸਲਾ ਕੀਤਾ ਕਿ ਅਸੀਂ ਨਾਮਧਾਰੀ ਸਮਾਜ ਤੋਂ ਆਪਣਾ ਬੈਂਕਾਕ ਦਾ ਖਰਚਾ ਨਹੀਂ ਲਵਾਂਗੇ। ਜੇਕਰ ਨਾਮਧਾਰੀ ਸੰਤਾਂ ਨੇ ਸੱਚ ਕਿਹਾ ਹੈ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਿਸ ਹਨ ਤਾਂ ਸਾਡਾ ਖਰਚਾ ਬਾਹਰੋਂ ਹੀ ਆ ਜਾਵੇਗਾ। ਜੇਕਰ ਪੈਸਾ ਕਿਸੇ ਥਾਂ ਤੋਂ ਨਹੀਂ ਆਉਂਦਾ ਤਾਂ ਅਸੀਂ ਇਹ ਪੁਸਤਕ ਨਹੀਂ ਲਿਖਾਂਗੇ। ਜਾਣੀ ਜਾਨ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ ਅਤੇ ਸਾਨੂੰ DDA ਤੋਂ ਇੱਕ ਵਿਆਜ ਦੇ ਰਿਫੰਡ ਦਾ ਚੈੱਕ ਆ ਗਿਆ। ਚੈੱਕ 31,000 ਕੁਝ 100 ਰੁਪਏ ਦਾ ਆਇਆ ਸੀ। ਜਿੰਨਾ ਖਰਚਾ ਸਾਡਾ ਬੈਂਕਾਕ ਜਾਣ ਦਾ ਆਇਆ ਸੀ, ਮੇਰੀ ਤਸੱਲੀ ਹੋ ਗਈ ਅਤੇ ਸਤਿਗੁਰੂ ਜੀ ਪ੍ਰਤੀ ਸ਼ਰਧਾ ਬੱਝ ਗਈ। ਪਰ ਮੇਰੀ ਧਰਮ ਪਤਨੀ ਦੀ ਅਜੇ ਤਸੱਲੀ ਨਹੀਂ ਸੀ ਹੋਈ। ਹੁਣ ਸਤਿਗੁਰੂ ਜੀ ਨੇ ਕੌਤਕ ਤੇ ਰਚਨਾ ਸੀ। 1991 ਵਿੱਚ ਬੈਂਕਾਕ ਤੋਂ ਵਾਪਸ ਆਉਣ ਦੇ ਕੁਝ ਦਿਨ ਬਾਅਦ ਮੈਂ ਆਟੋ ਰਿਕਸ਼ਾ 'ਤੇ ਸਵਾਰ ਹੋ ਕੇ ਆਪਣੇ ਦਫ਼ਤਰ ਜਾ ਰਿਹਾ ਸੀ। ਅਚਾਨਕ 2 ਸਿੱਖ ਬੱਚੇ ਅੱਗੇ ਆ ਗਏ। ਡਰਾਈਵਰ ਨੇ ਬ੍ਰੇਕ ਲਗਾਈ। ਪਿੱਛੇ ਬੜੀ ਰਫ਼ਤਾਰ ਨਾਲ ਇੱਕ ਟੈਕਸੀ ਚਲੀ ਆ ਰਹੀ ਸੀ। ਆਟੋ ਡਰਾਈਵਰ ਨੇ ਘਬਰਾ ਕੇ ਕਿਹਾ ਕਿ ਬਾਊ ਜੀ, ਇਹ ਟੈਕਸੀ ਸਾਡੇ ਉੱਤੇ ਚੜ੍ਹ ਜਾਵੇਗੀ ਅਤੇ ਸਾਨੂੰ ਮਾਰ ਦੇਵੇਗੀ। ਸਾਨੂੰ ਉਸ ਵਕਤ ਯਾਦ ਆਇਆ ਕਿ ਸੇਠ ਤਰਲੋਕ ਸਿੰਘ ਜੀ ਚਾਵਲਾ ਨੇ ਸਾਨੂੰ ਦੱਸਿਆ ਸੀ ਕਿ ਇੱਕ ਦਿਨ ਉਹਨਾਂ ਦੀ ਕਾਰ ਹਨੇਰੀ ਤੇ ਬਾਰਿਸ਼ ਵਿੱਚ ਫਸ ਗਈ ਸੀ। ਸੇਠ ਜੀ ਦੇ ਮੂੰਹ ਤੋਂ ਨਿਕਲਿਆ, ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ, ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ, ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ, ਤੇ ਕਾਰ ਰੁਕ ਗਈ ਅਤੇ ਦੁਰਘਟਨਾ ਨਾ ਹੋਈ। ਮੇਰੇ ਮੂੰਹੋਂ ਵੀ ਨਿਕਲਿਆ, ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ, ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ, ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ। ਭਾਵੇਂ ਟੈਕਸੀ ਨੇ ਸਾਡੀ ਆਟੋ ਨੂੰ ਟੱਕਰ ਤਾਂ ਮਾਰ ਦਿੱਤੀ ਅਤੇ ਆਟੋ ਪਲਟ ਵੀ ਗਿਆ, ਪਰ ਮੈਂ ਬਾਹਰ ਨਿਕਲ ਕੇ ਵੇਖਿਆ ਕਿ ਇੱਕ ਲੰਮਾ ਚੌੜਾ ਬਜ਼ੁਰਗ, ਜਿਹੜਾ ਨਾਮਧਾਰੀ ਬਾਣੇ ਵਿੱਚ ਸੀ, ਟੈਕਸੀ ਨੂੰ ਪਿਛਾਂਹ ਖਿੱਚ ਰਿਹਾ ਸੀ। ਇਸ ਤਰ੍ਹਾਂ ਟੈਕਸੀ ਆਟੋ ਨੂੰ ਟੱਕਰ ਮਾਰ ਕੇ ਪਿਛਾਂਹ ਹੋ ਗਈ। ਟੈਕਸੀ ਦਾ ਸਿੱਖ ਡਰਾਈਵਰ ਬਾਹਰ ਨਿਕਲ ਕੇ ਮੈਨੂੰ ਕਹਿਣ ਲੱਗਾ, ਬਾਊ ਜੀ, ਮੈਂ ਤਾਂ ਬ੍ਰੇਕ ਲਗਾਈ ਨਹੀਂ, ਮੇਰੀ ਗੱਡੀ ਨੂੰ ਪਿਛਾਂਹ ਕਿਸ ਨੇ ਖਿੱਚਿਆ ਹੈ? ਮੈਂ ਮੁੜ ਕੇ ਵੇਖਿਆ ਕਿ ਉਹ ਬਜ਼ੁਰਗ ਨਾਮਧਾਰੀ ਸਿੱਖ ਅਲੋਪ ਹੋ ਗਿਆ ਸੀ। ਮੈਂ ਅਗਿਆਨੀ ਸਾਂ, ਮੈਨੂੰ ਕੋਈ ਸਮਝ ਨਾ ਆਈ। ਅੱਜ 12 ਸਾਲ ਬਾਅਦ ਮੈਨੂੰ ਗਿਆਨ ਹੋਇਆ ਕਿ ਮੇਰੀ ਪੁਕਾਰ ਸੁਣ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਰੱਖਿਆ ਕਰਨ ਲਈ ਆਪ ਹੀ ਆਏ ਸਨ। ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ। ਖੈਰ, ਮੇਰੀ ਜਾਨ ਤਾਂ ਬਚ ਗਈ, ਪਰ ਸੱਜੀ ਬਾਂਹ ਮੇਰੀ ਫ੍ਰੈਕਚਰ ਹੋ ਗਈ। ਪਿੱਛੇ ਮੇਰਾ ਭਾਈ ਆ ਰਿਹਾ ਸੀ। ਮੈਂ ਆਪਣੇ ਭਾਈ ਨਾਲ ਐਕਸਰੇ ਕਰਾਉਣ ਲਈ ਗਿਆ। ਐਕਸਰੇ ਵਿੱਚ ਆਇਆ ਕਿ ਸੱਜੀ ਬਾਂਹ 3 ਜਗ੍ਹਾ ਤੋਂ ਟੁੱਟ ਗਈ ਹੋਈ ਹੈ ਅਤੇ 12 ਹਫ਼ਤੇ ਵਾਸਤੇ ਪਲਸਤਰ ਲੱਗ ਗਿਆ। ਗਰਮੀ ਦਾ ਮੌਸਮ ਸੀ, ਬਾਂਹ 'ਤੇ ਪਸੀਨਾ ਆਵੇ ਤੇ ਖਾਰਿਸ਼ ਵੀ ਬੜੀ ਹੋਵੇ। 5-6 ਹਫ਼ਤੇ ਨਿਕਲ ਗਏ। ਬੜੀ ਮੁਸ਼ਕਿਲ ਨਾਲ ਸਾਧ ਸੰਗਤ ਦੀਆਂ ਟੇਪਾਂ ਸੁਣ ਕੇ ਹਿੰਦੀ ਵਿੱਚ ਲਿਖ ਰਿਹਾ ਸੀ। ਇੱਕ ਰਾਤ ਮੈਂ ਰੋ ਪਿਆ ਅਤੇ ਕਹਿਣ ਲੱਗਾ, ਤੁਸੀਂ ਕੀ ਸਤਿਗੁਰ ਬਣੇ ਫਿਰਦੇ ਹੋ? ਪੁਸਤਕ ਲਿਖਣ ਵਾਸਤੇ ਹੁਕਮ ਕੀਤਾ ਤੇ ਨਾਲ ਹੀ ਸੱਜੀ ਬਾਂਹ ਵੀ ਤੋੜ ਦਿੱਤੀ। ਦੂਜੇ ਦਿਨ ਸਵੇਰੇ ਸਤਿਗੁਰੂ ਜੀ ਦੇ ਨਿੱਜੀ ਸਕੱਤਰ ਸੰਤ ਤਰਸੇਮ ਸਿੰਘ ਜੀ ਦਾ ਫੋਨ ਆਇਆ ਕਿ ਤੁਹਾਨੂੰ ਸੱਚੇ ਪਾਤਸ਼ਾਹ ਜੀ ਨੇ ਬੁਲਾਇਆ ਹੈ। ਮੈਂ ਗੁੱਸੇ ਵਿੱਚ ਹੀ ਕਿਹਾ, ਦੁਰਘਟਨਾ ਵਿੱਚ ਮੇਰੀ ਸੱਜੀ ਬਾਂਹ ਟੁੱਟ ਗਈ ਹੈ, ਮੈਂ ਕਾਰ ਨਹੀਂ ਚਲਾ ਸਕਦਾ। ਅਗਲੇ ਦਿਨ ਫਿਰ ਸੰਤ ਤਰਸੇਮ ਸਿੰਘ ਜੀ ਦਾ ਫੋਨ ਆਇਆ ਕਿ ਸੱਚੇ ਪਾਤਸ਼ਾਹ ਜੀ ਬਚਨ ਕਰਨਗੇ। ਮੈਂ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਤਾਂ ਸਤਿਗੁਰਾਂ ਨੇ ਬਚਨ ਕੀਤਾ, ਹਰੀਸ਼ ਜੀ, ਡਾਕਟਰਾਂ ਨੂੰ ਗਲਤੀ ਲੱਗੀ ਹੈ, ਤੁਹਾਡੀ ਸੱਜੀ ਬਾਂਹ ਨਹੀਂ ਟੁੱਟੀ ਤੇ ਅੱਗੋਂ ਇਹ ਟੁੱਟ ਵੀ ਨਹੀਂ ਸਕਦੀ। ਮੈਂ ਕਿਹਾ, ਗਰੀਬ ਨਿਵਾਜ ਜੀ,
ਵੱਡੇ ਵੱਡੇ ਡਾਕਟਰਾਂ ਨੇ ਐਕਸ-ਰੇ ਰਿਪੋਰਟ ਦੇਖੀ ਹੈ ਅਤੇ 3 ਥਾਂ ਤੋਂ ਹੱਡੀ ਟੁੱਟ ਗਈ ਹੈ। ਸਾਗੂ ਜੀ ਨੇ ਬਚਨ ਕੀਤਾ, ਤੁਸੀਂ ਸਾਗੂ ਪ੍ਰਤਾਪ ਸਿੰਘ ਜੀ ਦਾ ਗ੍ਰੰਥ ਲਿਖ ਰਹੇ ਹੋ, ਇਸ ਲਈ ਤੁਹਾਡੀ ਸੱਜੀ ਬਾਂਹ ਨਹੀਂ ਟੁੱਟ ਸਕਦੀ। ਮੇਰੀ ਸਤਿਗੁਰੂ ਜੀ ਨਾਲ 4-5 ਮਿੰਟ ਤੱਕ ਬਹਿਸ ਚੱਲਦੀ ਰਹੀ। ਮੈਂ ਸਮਝਿਆ ਕਿ ਸਤਿਗੁਰੂ ਜੀ ਮਜ਼ਾਕ ਕਰ ਰਹੇ ਹਨ। ਆਖਰ ਬੜੀ ਗੰਭੀਰਤਾ ਨਾਲ ਸਤਿਗੁਰਾਂ ਮੈਨੂੰ ਪੁੱਛਿਆ, ਤੁਸੀਂ ਸਾਡੇ ਕੋਲੋਂ ਭਜਨ ਲਿਆ ਹੈ? ਮੈਂ ਕਿਹਾ, ਜੀ ਭਜਨ ਕੀ ਹੁੰਦਾ ਹੈ? ਫਿਰ ਬਚਨ ਕੀਤਾ, ਤੁਸੀਂ ਕਿਹੜਾ ਪਾਠ ਕਰਦੇ ਹੋ? ਮੈਂ ਜਵਾਬ ਦਿੱਤਾ, ਗਾਇਤਰੀ ਮੰਤਰ ਦਾ ਪਾਠ ਕਰਦੇ ਹਾਂ। ਫਿਰ ਬਚਨ ਕੀਤਾ, ਅਸੀਂ ਹਾਰਟ ਦਾ ਆਪਰੇਸ਼ਨ ਕਰਵਾਉਣ ਆਸਟ੍ਰੇਲੀਆ ਜਾ ਰਹੇ ਹਾਂ, ਤੁਸੀਂ ਸਾਡੀ ਸਿਹਤ ਵਾਸਤੇ ਇੱਕ ਮਾਲਾ ਗਾਇਤਰੀ ਮੰਤਰ ਦੇ ਪਾਠ ਦੀ ਜ਼ਰੂਰ ਕਰਿਆ ਕਰੋ। ਮੈਂ ਕਿਹਾ, ਸਤ ਬਚਨ। ਸਤਿਗੁਰੂ ਜੀ ਨੇ ਗੱਲ ਖਤਮ ਕਰਨ ਤੋਂ ਪਹਿਲਾਂ ਫਿਰ ਬਚਨ ਕੀਤਾ, ਸਾਡੇ ਬਚਨਾਂ ਨੂੰ ਮਜ਼ਾਕ ਨਾ ਲਿਓ, ਪਲਸਤਰ ਕਟਵਾ ਕੇ ਦੁਬਾਰਾ ਐਕਸ-ਰੇ ਕਰਵਾਓ। ਸਾਨੂੰ ਪੂਰਾ ਯਕੀਨ ਹੈ ਕਿ ਤੁਹਾਡੀ ਸੱਜੀ ਬਾਂਹ ਨਹੀਂ ਟੁੱਟੀ। ਸਤਿ ਸ੍ਰੀ ਅਕਾਲ ਕਹਿ ਕੇ ਸਤਿਗੁਰੂ ਜੀ ਨੇ ਫੋਨ ਛੱਡ ਦਿੱਤਾ। ਮੇਰੀ ਧਰਮ ਪਤਨੀ ਸਾਰੀ ਗੱਲਬਾਤ ਸੁਣ ਰਹੀ ਸੀ। ਪੁੱਛਣ ਲੱਗੀ ਕਿ ਤੁਸੀਂ ਕਿਉਂ ਬਹਿਸ ਕਰ ਰਹੇ ਸੀ? ਮੈਂ ਜਵਾਬ ਦਿੱਤਾ ਕਿ ਅੱਜ ਤਾਂ ਸਤਿਗੁਰੂ ਜੀ ਮਜ਼ਾਕ ਦੇ ਮੂਡ ਵਿੱਚ ਸਨ ਤੇ ਕਹਿ ਰਹੇ ਸਨ ਕਿ ਮੇਰੀ ਸੱਜੀ ਬਾਂਹ ਨਹੀਂ ਟੁੱਟ ਸਕਦੀ। ਮੇਰੀ ਪਤਨੀ ਨੇ ਕਿਹਾ ਕਿ ਜਾਪਦਾ ਹੈ ਤੁਹਾਡੇ ਤੇ ਸਤਿਗੁਰੂ ਜੀ ਦੀ ਕਿਰਪਾ ਹੋ ਗਈ ਹੈ ਤੇ ਤੁਹਾਡੀ ਬਾਂਹ ਦੀ ਹੱਡੀ ਜੁੜ ਗਈ ਹੈ। ਮੈਂ ਕਿਹਾ ਕਿ ਭਲੀਏ ਲੋਕੇ, ਤੂੰ ਤਾਂ ਬੈਂਕਾਕ ਦੇ ਸੰਤਾਂ ਦੀਆਂ ਸਾਖੀਆਂ ਤੇ ਵਿਸ਼ਵਾਸ ਨਹੀਂ ਕਰ ਰਹੀ ਸੀ, ਅੱਜ ਤੂੰ ਸਤਿਗੁਰੂ ਜੀ ਪ੍ਰਤੀ ਬੜੀ ਸ਼ਰਧਾ ਦਿਖਾ ਰਹੀ ਹੈ। ਖੈਰ, ਮੈਂ ਪੁਰਾਣਾ ਐਕਸ-ਰੇ ਲੈ ਕੇ ਇਰਵਿਨ ਹਸਪੀਟਲ ਹੱਡੀਆਂ ਦੇ ਡਾਕਟਰ ਧਵਨ ਕੋਲ ਪਹੁੰਚਿਆ। ਉਸਨੇ ਮੇਰੀ ਬੇਨਤੀ ਸੁਣ ਕੇ ਪਲਸਤਰ ਕੱਟਣ ਦਾ ਆਰਡਰ ਕਰ ਦਿੱਤਾ ਅਤੇ ਕਿਹਾ ਕਿ ਮੈਂ ਆਪਣੀ ਬਾਂਹ ਦੀ ਐਕਸ-ਰੇ ਰਿਪੋਰਟ ਲੈ ਕੇ ਆਵਾਂ। ਮੈਂ 12 ਵਜੇ ਦੀਵਾਨ ਚੰਦ ਅਗਰਵਾਲ ਕਰਜ਼ਨ ਰੋਡ ਤੋਂ ਐਕਸ-ਰੇ ਕਰਾਇਆ। ਡਾਕਟਰ ਕਹਿਣ ਲੱਗਾ ਕਿ ਸ਼ਾਮ 5 ਵਜੇ ਰਿਪੋਰਟ ਮਿਲੇਗੀ ਜਾਂ 1 ਘੰਟਾ ਇੰਤਜ਼ਾਰ ਕਰੋ। ਮੈਂ 1 ਘੰਟਾ ਇੰਤਜ਼ਾਰ ਕੀਤਾ ਅਤੇ ਅੰਦਰੋਂ ਇੱਕ ਬੰਦਾ ਆਇਆ ਅਤੇ ਕਹਿਣ ਲੱਗਾ ਕਿ ਪੁਰਾਣਾ ਐਕਸ-ਰੇ ਦੇ ਦਿਓ। ਮੈਂ ਦੇ ਦਿੱਤਾ ਤਾਂ 10 ਮਿੰਟ ਬਾਅਦ ਮੈਨੂੰ ਅੰਦਰ ਬੁਲਾਇਆ ਤਾਂ ਮੈਂ ਵੇਖਿਆ ਕਿ 4 ਡਾਕਟਰ ਪੁਰਾਣੇ ਤੇ ਨਵੇਂ ਐਕਸ-ਰੇ ਦੀ ਸਟੱਡੀ ਕਰ ਰਹੇ ਹਨ ਤੇ ਕਹਿਣ ਲੱਗੇ ਕਿ ਤੁਹਾਨੂੰ ਪਲਸਤਰ ਲਗਾਏ ਕਿੰਨੀ ਦੇਰ ਹੋਈ ਹੈ? ਮੈਂ ਕਿਹਾ, ਜੀ 5-6 ਹਫ਼ਤੇ ਹੋਏ ਨੇ। ਕਹਿਣ ਲੱਗੇ ਕਿ ਸਮਝ ਨਹੀਂ ਆ ਰਹੀ ਹੈ ਕਿ ਹੱਡੀ 12 ਹਫ਼ਤੇ ਤੋਂ ਪਹਿਲਾਂ ਜੁੜ ਕਿਵੇਂ ਸਕਦੀ ਹੈ, ਪਰ ਅੱਜ ਤਾਂ ਐਕਸ-ਰੇ ਦੇ ਮੁਤਾਬਿਕ ਹੱਡੀ ਜੁੜੀ ਹੋਈ ਹੈ। ਮੈਂ ਮਨ ਹੀ ਮਨ ਕਿਹਾ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਮਹਾਰਾਜ, ਆਪ ਜੀ ਨੇ ਕੌਤਕ ਰਚ ਕੇ ਮੇਰੀ ਸ਼ਰਧਾ ਬਣਾਈ ਹੈ। ਮੈਂ ਆਪਣੀ ਪਤਨੀ ਨਾਲ 2001 ਵਿੱਚ ਅਮਰੀਕਾ ਗਿਆ। 11 ਸਤੰਬਰ ਨੂੰ ਵਾਪਰੀ ਘਟਨਾ ਕਾਰਨ ਅਮਰੀਕਾ ਵਿੱਚ ਆਤੰਕਵਾਦੀ ਦਹਿਸ਼ਤ ਫੈਲ ਗਈ। ਜਹਾਜ਼ ਵੀ ਬੜੇ ਘੱਟ ਚੱਲ ਰਹੇ ਸਨ। ਮੈਂ ਅਤੇ ਮੇਰੀ ਪਤਨੀ ਨੇ ਸੈਨ ਹੋਜ਼ੇ ਤੋਂ ਲਾਸ ਏਂਜਲਸ ਵਾਸਤੇ ਬੱਸ ਫੜੀ ਤੇ ਆਉਣ ਜਾਣ ਦੀ ਟਿਕਟ ਲੈ ਲਈ। ਬੱਸ ਸਟੇਸ਼ਨ 'ਤੇ ਪਹੁੰਚੀ ਤਾਂ ਡਰਾਈਵਰ ਨੂੰ ਆਪਣੀ ਟਿਕਟ ਫੜਾ ਦਿੱਤੀ ਕਿ ਸਾਡਾ ਸਮਾਨ ਕੱਢ ਦਿਓ। ਸਮਾਨ ਤਾਂ ਅਸੀਂ ਲੈ ਲਿਆ, ਪਰ ਵਾਪਸੀ ਦੀ ਟਿਕਟ ਲੈਣੀ ਭੁੱਲ ਗਏ। ਅੱਧ ਰਸਤੇ ਸਾਨੂੰ ਯਾਦ ਆਇਆ ਕਿ ਵਾਪਸੀ ਦੀਆਂ ਟਿਕਟਾਂ ਲੈਣੀਆਂ ਭੁੱਲ ਗਏ ਹਾਂ। ਅਸੀਂ ਵਾਪਸ ਬੱਸ ਸਟੇਸ਼ਨ 'ਤੇ ਗਏ ਤਾਂ ਬੱਸ ਜਾ ਚੁੱਕੀ ਸੀ। ਅਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ। 3 ਦਿਨ ਤੱਕ ਟਿਕਟਾਂ ਬਾਰੇ ਕੋਈ ਜਵਾਬ ਨਹੀਂ ਮਿਲਿਆ। ਪਤਨੀ ਕਹਿਣ ਲੱਗੀ ਕਿ ਚੰਗੇ ਸਤਿਗੁਰੂ ਜੀ ਦੀਆਂ ਸਾਖੀਆਂ ਲਿਖਣ ਚੱਲੇ ਸੀ, 10,000 ਰੁਪਏ ਯਾਨੀ $200 ਦਾ ਨੁਕਸਾਨ ਹੋ ਗਿਆ। ਮੈਂ ਕਿਹਾ ਕਿ ਸਤਿਗੁਰੂ ਜੀ ਦਾ ਕੀ ਕਸੂਰ ਹੈ ਇਹਦੇ ਵਿੱਚ, ਅਸੀਂ ਆਪੇ ਹੀ ਭੁੱਲ ਗਏ ਹਾਂ, ਪਰ ਕੋਈ ਗੱਲ ਨਹੀਂ, ਸਾਡੇ ਕੋਲ ਪੈਸੇ ਹਨ, ਨਵੀਂ ਟਿਕਟਾਂ ਖਰੀਦ ਲਵਾਂਗੇ। ਚੌਥੇ ਦਿਨ ਮੈਂ ਸਵੇਰੇ ਨਿਤਨੇਮ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ ਜੀ, ਮੇਰੀ ਧਰਮ ਪਤਨੀ ਨੂੰ ਸਮਝਾਓ, ਛੋਟੀ ਛੋਟੀ ਗੱਲਾਂ 'ਤੇ ਡੋਲ ਨਾ ਜਾਵੇ ਤੇ ਆਪਣੀ ਸ਼ਰਧਾ ਬਣਾਈ ਰੱਖੇ। ਕੁਝ ਦੇਰ ਬਾਅਦ ਮੈਂ ਆਪਣੇ ਮਿੱਤਰ ਦੀ ਕਾਰ ਵਿੱਚ ਬੈਠਣ ਲਈ ਚੱਲ ਪਿਆ। ਮੈਂ ਅਗਲੀ ਸੀਟ 'ਤੇ ਬੈਠ ਗਿਆ ਤੇ ਪਤਨੀ ਪਿਛਲੀ ਸੀਟ 'ਤੇ ਬੈਠ ਗਈ ਤਾਂ ਮੇਰੀ ਪਤਨੀ ਕੀ ਵੇਖਦੀ ਹੈ ਕਿ ਪੈਰਾਂ ਥੱਲੇ ਵਾਪਸੀ ਦੀ ਬੱਸ ਦੀਆਂ ਟਿਕਟਾਂ ਪਈਆਂ ਸਨ। ਉਸ ਨੇ ਟਿਕਟਾਂ ਚੁੱਕ ਕੇ ਮੈਨੂੰ ਦਿਖਾਇਆ। ਸਾਡਾ ਮਿੱਤਰ ਰੱਬ ਦੀ ਸਹੁੰ ਚੁੱਕੀ ਗਿਆ ਕਿ ਉਸ ਨੇ ਇੱਕ ਦਿਨ ਪਹਿਲਾਂ ਹੀ ਵੈਕਿਊਮ ਕਲੀਨਰ ਨਾਲ ਗੱਡੀ ਦੀ ਸਫਾਈ ਕੀਤੀ ਸੀ। ਇੱਕ ਵੀ ਕਾਗਜ਼ ਦਾ ਟੁਕੜਾ ਨਹੀਂ ਸੀ ਅੰਦਰ। ਅਸੀਂ ਅੱਗੋਂ ਜਵਾਬ ਨਹੀਂ ਦਿੱਤਾ ਤੇ ਮਨ ਹੀ ਮਨ ਧੰਨ ਸਤਿਗੁਰੂ ਜਗਜੀਤ ਸਿੰਘ ਜੀ
ਕਹੀ ਜਾਈਏ। ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।